ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਅੱਧਾ ਕੁ ਦਿਨ ਬੱਦਲਵਾਈ ਰਹੀ ਹੈ, ਪਰ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਧੁੱਪ ਵੀ ਨਿਕਲੀ ਹੈ ਮੱਠੀ। ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ ਆਉਂਦੇ 2 ਦਿਨ ਪੰਜਾਬ ਦੇ ਵਿੱਚ ਬੱਦਲਵਾਈ ਵੀ ਰਹਿ ਸਕਦੀ ਹੈ, ਕਈ ਥਾਵਾਂ ਦੇ ਉੱਤੇ ਬੂੰਦਾਬਾਂਦੀ ਦੇ ਅਸਾਰ ਵੀ ਹੈ। ਪਰ ਪਰਸੋਂ ਦੀ ਰਾਤ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਜਿੰਨੀ ਹਨੇਰੀ ਚੱਲੀ ਹੈ, ਜਲੰਧਰ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਜਿੰਨਾ ਮੀਂਹ ਪਿਆ, ਉਸ ਤੋਂ ਬਾਅਦ ਠੰਡ ਇੱਕ ਵਾਰ ਫੇਰ ਆ ਗਈ ਹੈ। ਪਹਿਲਾਂ ਇਉਂ ਲੱਗਦਾ ਸੀ ਵੀ ਜਿਵੇਂ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲਦੀ ਹੈ, ਕਰੜੀ ਧੁੱਪ ਨਿਕਲਦੀ ਹੈ, ਠੰਡ ਗਈ ਕਿ ਗਈ। ਹੁਣ ਠੰਡ ਫੇਰ ਪਹਿਲਾਂ ਵਾਂਗੂ ਹੀ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ ਦਿੱਲੀ ਦੇ ਵਿੱਚ, ਹਰਿਆਣੇ ਦੇ ਵਿੱਚ ਵੀ ਬੱਦਲਵਾਈ ਆਉਂਦੇ 2 ਦਿਨਾਂ ਦੇ ਵਿੱਚ ਰਹਿ ਸਕਦੀ ਹੈ ਤੇ ਉੱਥੇ ਵੀ ਕਣੀਆਂ ਪੈਣ ਦੀ ਪੂਰੀ ਸੰਭਾਵਨਾ ਪ੍ਰਗਟਾਈ ਗਈ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਕਿਸਾਨ ਅੰਦੋਲਨ ਦੇ ਨਾਲ ਹੀ ਸੰਬੰਧਿਤ। ਜਿਸ ਤਰੀਕੇ ਦੇ ਨਾਲ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ, ਜਿਨ੍ਹਾਂ ਦੇ ਕੋਲ ਇੰਨੀ ਕੁ ਵੱਡੀ ਗਿਣਤੀ ਦੇ ਵਿੱਚ ਫੋਲੋਅਰ ਆ, ਜਿਨ੍ਹਾਂ ਨੂੰ ਇੰਨੇ ਕੁ ਲੋਕ ਫੋਲੋ ਕਰਦੇ ਆ, ਇੰਨੇ ਕੁ ਪ੍ਰਸ਼ੰਸਕ ਹੈ ਵੀ ਉਹਨਾਂ ਦੀ ਇੱਕ ਝਲਕ ਦੇ ਲਈ ਲੋਕ ਆਪਣੀ ਜਾਨ ਵਾਰਨ ਨੂੰ ਤਿਆਰ ਆ। ਉਹਨਾਂ ਸ਼ਖਸੀਅਤਾਂ ਦੇ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਦੀ ਜਦੋਂ ਬਾਤ ਪਾਈ ਗਈ ਹੈ ਟਵਿੱਟਰ ਦੇ ਉੱਤੇ, ਤਾਂ ਭਾਰਤ ਦੀ ਰਾਜਨੀਤੀ ਦੇ ਵਿੱਚ ਭੁਚਾਲ ਆ ਗਿਆ। ਭਾਰਤ ਦੇ ਵਿਦੇਸ਼ ਵਿਭਾਗ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਲੋਕਾਂ ਨੂੰ ਜਿਹੜੇ ਕਿ ਬਾਹਰ ਬੈਠੇ ਆ, ਉਹਨਾਂ ਨੂੰ ਸਾਡੇ ਦੇਸ਼ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਅਮਿਤ ਸ਼ਾਹ ਜਿਹੜੇ ਕਿ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਆ, ਉਹਨਾਂ ਨੇ ਕਿਹਾ ਕਿ ਭਾਰਤ ਦਾ ਵਿਕਾਸ ਰੁਕ ਨਹੀਂ ਸਕਦਾ ਤੇ ਭਾਰਤ ਨੂੰ ਤੋੜਨ ਵਾਲੇ, ਭਾਰਤ ਦੀ ਏਕਤਾ ਦੇ ਉੱਤੇ ਗੱਲ ਕਰਨ ਵਾਲੇ ਲੋਕ ਆ ਜਿਹੜੇ, ਉਹਨਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕਿਉਂਕਿ ਸਭ ਕੁਝ ਭਾਰਤ ਦੇ ਵਿੱਚ ਠੀਕ ਹੈ। ਪਰ ਦੂਜਾ ਪੱਖ ਇਹਦਾ ਇਹ ਹੈ ਵੀ ਜੇਕਰ ਭਾਰਤ ਦੇ ਵਿੱਚ ਇੰਨਾ ਵੱਡਾ ਅੰਦੋਲਨ ਚੱਲ ਰਿਹਾ ਤੇ ਇਸ ਵਕਤ ਭਾਰਤ ਦੀ ਸਰਕਾਰ ਤੇ ਭਾਰਤ ਦਾ ਗੋਦੀ ਮੀਡੀਆ ਇਸ ਮਸਲੇ ਦੇ ਉੱਤੇ ਸਹੀ ਤਰੀਕੇ ਨਾਲ ਵਿਚਾਰ ਨਹੀਂ ਕਰ ਰਿਹਾ ਤੇ ਵਿਦੇਸ਼ਾਂ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਵਸਦੀਆਂ ਹੋਈਆਂ ਸ਼ਖਸੀਅਤਾਂ, ਮਸ਼ਹੂਰ ਹਸਤੀਆਂ ਦੇ ਵੱਲੋਂ ਇਸ ਅੰਦੋਲਨ ਦੇ ਉੱਤੇ ਫਿਕਰ ਕਰਕੇ ਆਪਣੇ ਵਿਚਾਰ ਪ੍ਰਗਟਾਏ ਜਾ ਰਹੇ ਆ, ਤਾਂ ਉਹਨਾਂ ਦੀ ਵੀ ਇਹ ਬੋਲਣ ਦੀ ਆਜ਼ਾਦੀ ਦੇ ਵਿੱਚ ਆਉਂਦਾ। ਜੇ ਤਾਂ ਉਹ ਦੇਸ਼ ਦੇ ਖਿਲਾਫ ਕੋਈ ਗੱਲ ਕਰਨ, ਦੇਸ਼ ਨੂੰ ਤੋੜਨ ਵਾਲੀ ਗੱਲ ਕਰਨ, ਫਿਰ ਤਾਂ ਕੋਈ ਵੀ ਨਹੀਂ ਬਰਦਾਸ਼ਤ ਕਰੂਗਾ। ਪਰ ਜੇਕਰ ਉਹਨਾਂ ਦੇ ਵੱਲੋਂ ਇਹ ਪ੍ਰਭਾਵ ਦਿੱਤਾ ਜਾਵੇ ਜੀ ਕਿ ਮੈਨੂੰ ਅੰਦੋਲਨ ਸਹੀ ਲੱਗਦਾ ਜਾਂ ਗਲਤ ਲੱਗਦਾ, ਇਹਦੇ ਹੱਕ ਦੇ ਵਿੱਚ ਗੱਲ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ, ਇਹ ਦੇਸ਼ ਨੂੰ ਕੋਈ ਤੋੜਨ ਵਾਲੀ ਗੱਲ ਨਹੀਂ, ਇਹ ਦੇਸ਼ ਦੇ ਵਿੱਚ ਕੋਈ ਵੰਡੀਆਂ ਪਾਉਣ ਵਾਲੀ ਗੱਲ ਨਹੀਂ, ਇਹ ਆਪਣੇ ਵਲਵਲਿਆਂ ਦਾ ਪ੍ਰਗਟਾਵਾ। ਜਿਵੇਂ ਕਿ ਇੱਥੇ ਬੈਠੇ ਅਸੀਂ ਜੇਕਰ ਕੋਈ ਬਾਹਰਲੇ ਮੁਲਕ ਦੇ ਵਿੱਚ ਕਿਤੇ ਵੀ ਕੋਈ ਚੰਗੀ ਮੰਦੀ ਘਟਨਾ ਵਾਪਰੇ, ਉਹਦੇ ਉੱਤੇ ਆਪਣੇ ਵਿਚਾਰ ਪ੍ਰਗਟਾ ਸਕਦੇ ਹਾਂ, ਉਵੇਂ ਹੀ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਹੋਏ ਲੋਕ ਆ ਜਿਹੜੇ ਭਾਰਤ ਦੇ ਵਿੱਚ ਜੋ ਕੁਝ ਹੋ ਵਾਪਰ ਰਿਹਾ ਉਹਦੇ ਉੱਤੇ ਆਪਣੀ ਚਿੰਤਾ ਜ਼ਾਹਰ ਕਰਨ ਦਾ ਹੱਕ ਰੱਖਦੇ ਆ। ਪਰ ਆਪਾਂ ਜਾਣਦੇ ਗ੍ਰੇਟਾ ਥਨਬਰਗ ਦੇ ਉੱਤੇ ਪਰਚਾ ਵੀ ਦਰਜ ਕੀਤਾ ਗਿਆ। ਉਹਦੇ ਵੱਲੋਂ ਭਾਰਤ ਦੇ ਵਿੱਚ ਚੱਲ ਰਹੇ ਅੰਦੋਲਨ ਦੇ ਉੱਤੇ ਟਿੱਪਣੀ ਕੀਤੀ ਗਈ ਸੀ, ਸਮਰਥਨ ਦੀ ਗੱਲ ਕਹੀ ਗਈ ਸੀ। ਉਸ ਤੋਂ ਬਾਅਦ ਕਈ ਲੋਕਾਂ ਦੇ ਵੱਲੋਂ, ਖਾਸ ਕਰਕੇ ਕੰਗਣਾ ਰਣੌਤ ਦੇ ਵੱਲੋਂ ਤਾਂ ਕਿਸਾਨਾਂ ਨੂੰ ਇੱਕ ਵਾਰ ਨਹੀਂ ਕਈ ਵਾਰ ਫਿਰ ਅੱਤਵਾਦੀ ਕਹਿ ਦਿੱਤਾ ਗਿਆ। ਉਹਨੇ ਇਹ ਵੀ ਗੱਲ ਕਹੀ ਹੈ ਕਿ ਇਹ ਜਿਹੜੀ ਗ੍ਰੇਟਾ ਥਨਬਰਗ ਆ, ਇਹ ਇੱਕ ਵਿਗੜੀ ਹੋਈ ਕੁੜੀ ਆ, ਇਹਨੂੰ ਕੋਈ ਸਮਝ ਨਹੀਂ ਹੈਗੀ, ਨਾ ਇਹਨੂੰ ਕੋਈ ਖੇਤੀਬਾੜੀ ਦੇ ਮੁਤਲਕ ਪਤਾ, ਨਾ ਇਹਨੂੰ ਭਾਰਤ ਦੀਆਂ ਕਦਰਾਂ ਕੀਮਤਾਂ ਦਾ ਪਤਾ, ਨਾ ਇਹਨੂੰ ਰਾਜਨੀਤੀ ਦਾ ਪਤਾ। ਯਾਨੀ ਕਿ ਜੋ ਵੀ ਕੁਝ ਪਤਾ ਉਹ ਸਿਰਫ ਤੇ ਸਿਰਫ ਕੰਗਣਾ ਰਣੌਤ ਨੂੰ ਪਤਾ। ਜਦੋਂ ਤੋਂ ਇਹ ਕਿਸਾਨ ਅੰਦੋਲਨ ਚੱਲਿਆ ਉਦੋਂ ਤੋਂ ਕੰਗਣਾ ਨੂੰ ਸਿਰਫ ਤੇ ਸਿਰਫ ਕਿਸਾਨ ਅੱਤਵਾਦੀ ਜਾਪਦੇ, ਹੋਰ ਕੁਝ ਵੀ ਨਹੀਂ। ਉਹਦਾ ਇਹ ਕਹਿਣਾ ਜੀ ਕਿ ਮੈਂ ਵਾਰ-ਵਾਰ ਆਖਦੀ ਹਾਂ ਕਿ ਇਹ ਅੱਤਵਾਦੀ ਆ, ਅੱਤਵਾਦੀ ਹਿੰਸਕ ਗਤੀਵਿਧੀਆਂ ਵਾਲੇ ਆ। ਉਹਨੇ ਇੱਕ ਵਾਰ ਨਹੀਂ ਹੁਣ ਇਹ ਗੱਲ ਵਾਰ-ਵਾਰ ਦੁਹਰਾਈ ਆ ਕਿ ਹਾਂ ਮੈਂ ਕਹਿਨੀ ਆ ਕਿ ਇਹ ਅੱਤਵਾਦੀ ਆ। ਸੋ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਬਾਰੇ ਜਾਣ ਕੇ। ਮਨਜੀਤ ਸਿੰਘ ਜੀਕੇ ਹੋਰਾਂ ਦੇ ਵੱਲੋਂ ਹੁਣ ਪਤਾ ਲੱਗਾ ਕਿ ਟਵਿੱਟਰ ਦੇ ਅਧਿਕਾਰੀਆਂ ਨੂੰ ਇੱਕ ਈਮੇਲ ਵੀ ਕੀਤੀ ਗਈ ਹੈ, ਸ਼ਿਕਾਇਤ ਭੇਜੀ ਗਈ ਹੈ ਕਿ ਬਿਨਾਂ ਕਿਸੇ ਆਧਾਰ ਦੇ ਉੱਤੇ, ਬਿਨਾਂ ਕਿਸੇ ਤੱਥ ਦੇ ਉੱਤੇ, ਬਿਨਾਂ ਕਿਸੇ ਤਰਕ ਦੇ, ਬਿਨਾਂ ਕਿਸੇ ਸਬੂਤ ਦੇ ਜੇਕਰ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ, ਖਾਲਿਸਤਾਨੀ ਕਿਹਾ ਜਾ ਰਿਹਾ, ਤਾਂ ਉਹਨਾਂ ਲੋਕਾਂ ਦੇ ਉੱਤੇ ਬਣਦੀ ਸਰਦੀ ਕਾਰਵਾਈ ਹੋਣੀ ਚਾਹੀਦੀ ਹੈ। ਕਿ ਇਹ ਕਿਸਾਨੀ ਦੀ ਮਾਣਹਾਨੀ ਨਹੀਂ, ਕਿ ਇਹ ਕਿਸਾਨ ਦੇ ਸਨਮਾਨ ਨੂੰ ਸੱਟ ਮਾਰਨ ਵਾਲੀ ਗੱਲ ਨਹੀਂ, ਕਿ ਇਹ ਕਿਸੇ ਦੀਆਂ ਭਾਵਨਾਵਾਂ ਨੂੰ ਛਿਲਣ ਵਾਲੀ ਗੱਲ ਨਹੀਂ। ਸੋ ਮੰਨਿਆ ਇਹ ਵੀ ਜਾ ਰਿਹਾ ਕਿ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਕੰਗਣਾ ਰਣੌਤ ਦਾ ਟਵਿੱਟਰ ਖਾਤਾ ਬੰਦ ਵੀ ਕਰ ਦਿੱਤਾ ਜਾਵੇ, ਇਸ ਗੱਲ ਦੇ ਅੰਦਾਜ਼ੇ ਹੈਗੇ ਆ। ਪਰ ਹੁਣ ਜਾਣਕਾਰੀ ਇਹ ਆਈ ਹੈ ਕਿ ਸਵੀਡਨ ਦੀ ਜਿਹੜੀ ਇਹ ਗ੍ਰੇਟਾ ਥਨਬਰਗ ਆ, ਜਿਹੜੀ ਕਿ ਵਾਤਾਵਰਨ ਕਾਰਕੁਨ ਆ, ਉਹਦੇ ਵੱਲੋਂ ਇੱਕ ਵਾਰ ਫਿਰ ਗੱਲ ਕਹੀ ਗਈ ਆ ਕਿ ਭਾਵੇਂ ਮੇਰੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ, ਪਰ ਮੈਂ ਅਜੇ ਵੀ ਉਸ ਸਟੈਂਡ ਦੇ ਉੱਤੇ ਆ ਕਿ ਕਿਸਾਨੀ ਦੇ ਮਸਲੇ ਹੱਲ ਹੋਣੇ ਚਾਹੀਦੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਨਫ਼ਰਤ ਕਰਨ ਵਾਲਿਆਂ ਦੀ ਕੋਈ ਪਰਵਾਹ ਨਹੀਂ ਕਰਦੀਗੀ। ਮਤਲਬ ਇਹ ਆ ਕਿ ਉਸ ਕੁੜੀ ਦੇ ਵੱਲੋਂ ਬੇਬਾਕੀ ਦੇ ਨਾਲ ਇੱਕ ਵਾਰ ਫਿਰ ਟਵੀਟ ਕਰਕੇ
ਕੇ ਆਪਣੇ ਵਿਚਾਰ ਰੱਖੇ ਗਏ ਆ। ਸਭ ਦੇ ਆਪੋ ਆਪਣੇ ਵਿਚਾਰ ਆ। ਭਾਰਤ ਦੇ ਵਿੱਚ ਕਈ ਕਲਾਕਾਰ ਆ ਜਿਹੜੇ ਉਹਨਾਂ ਨੇ ਗੱਲ ਕਹੀ ਆ ਕਿ ਇਹ ਜਿਹੜੇ ਖੇਤੀ ਕਾਨੂੰਨ ਆ ਬਿਲਕੁਲ ਗਲਤ ਆ, ਅਸੀਂ ਕਿਸਾਨੀ ਦੇ ਹੱਕ ਦੇ ਵਿੱਚ ਆ। ਕਈ ਕਲਾਕਾਰ ਜਿਹੜੇ ਕਿ ਪੱਗਾਂ ਸਜਾ ਕੇ ਨਕਲੀ ਸਿੰਘ ਬਣ ਕੇ ਤੇ ਉਹ ਆਪਣੀਆਂ ਫਿਲਮਾਂ ਪੰਜਾਬ ਦੇ ਵਿੱਚ ਵੀ ਤੇ ਪੂਰੇ ਭਾਰਤ ਦੇ ਵਿੱਚ ਚਲਾਉਂਦੇ ਰਹੇ ਆ, ਉਹ ਇਸ ਖੇਤੀ ਕਾਨੂੰਨ ਦੇ ਹੱਕ ਦੇ ਵਿੱਚ ਆ ਤੇ ਕਿਸਾਨ ਅੰਦੋਲਨ ਦੇ ਇਸ ਵਕਤ ਖਿਲਾਫ ਵੀ ਚੱਲ ਰਹੇ ਆ। ਵਿਚਾਰ ਸਭ ਦੇ ਆਪੋ ਆਪਣੇ ਆ, ਪਰ ਇਸ ਵਕਤ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਆ। ਕਿਸਾਨ ਲਗਾਤਾਰ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਕਿ ਗ੍ਰੇਟਾ ਥਨਬਰਗ ਦੇ ਮਾਮਲੇ ਦੇ ਉੱਤੇ ਕੀ ਨਵੀਂ ਜਾਣਕਾਰੀ ਆਈ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨੇ ਵੀਰਵਾਰ ਨੂੰ ਇੱਕ ਵਾਰ ਫੇਰ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਉਹਨਾਂ ਨੇ ਕਿਹਾ ਕਿ ਕੋਈ ਵੀ ਧਮਕੀ ਜਾਂ ਨਫ਼ਰਤ ਉਸ ਨੂੰ ਬਦਲ ਨਹੀਂ ਸਕਦੀ। ਖਬਰਾਂ ਸਨ ਕਿ ਗ੍ਰੇਟਾ ਦੇ ਖਿਲਾਫ ਦਿੱਲੀ ਪੁਲਿਸ ਨੇ FIR ਦਰਜ ਕੀਤੀ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਇਸ ਬਾਰੇ ਸਥਿਤੀ ਸਪਸ਼ਟ ਕੀਤੀ ਹੈ। ਸਪੈਸ਼ਲ ਕਮਿਸ਼ਨਰ ਆਫ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ FIR ਦੇ ਵਿੱਚ ਕਿਸੇ ਦਾ ਨਾਂ ਨਹੀਂ ਲਿਖਿਆ ਗਿਆ। ਇਹ ਸਿਰਫ ਟੂਲ ਕਿੱਟ ਬਣਾਉਣ ਵਾਲਿਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਇਹ ਹਾਲੇ ਜਾਂਚ ਦਾ ਵਿਸ਼ਾ ਹੈ। ਗ੍ਰੇਟਾ ਥਨਬਰਗ ਨੇ ਬੁੱਧਵਾਰ ਨੂੰ ਕੀਤੇ ਗਏ ਆਪਣੇ ਟਵੀਟ ਦੇ ਵਿੱਚ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਉਹਨੇ ਟਵੀਟ ਕਰਕੇ ਇੱਕ ਟੂਲ ਕਿੱਟ ਸ਼ੇਅਰ ਕੀਤੀ ਸੀ ਜਿਹਦੇ ਵਿੱਚ 26 ਜਨਵਰੀ ਨੂੰ ਦਿੱਲੀ ਦੇ ਵਿੱਚ ਹੋਏ ਪ੍ਰਦਰਸ਼ਨ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਸ ਤੋਂ ਬਾਅਦ ਟਵਿੱਟਰ ਨੇ ਇਸ ਡਾਕੂਮੈਂਟ ਨੂੰ ਪਾਬੰਦੀਸ਼ੁਦਾ ਕਰਕੇ ਗ੍ਰੇਟਾ ਦੇ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ। ਥਨਬਰਗ ਤੋਂ ਇਲਾਵਾ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਅੰਦੋਲਨ ਨੂੰ ਸਪੋਰਟ ਕੀਤਾ। ਜਵਾਬ ਦੇ ਵਿੱਚ ਐਕਟਰੈਸ ਕੰਗਣਾ ਰਣੌਤ ਨੇ ਉਸ ਨੂੰ ਮਾੜਾ ਚੰਗਾ ਕਿਹਾ ਤੇ ਕਿਸਾਨਾਂ ਨੂੰ ਅੱਤਵਾਦੀ ਵੀ ਕਿਹਾ ਸੀ। ਰਿਪੋਰਟਾਂ ਦੇ ਮੁਤਾਬਕ ਟਵਿੱਟਰ ਕੰਗਣਾ ਦਾ ਅਕਾਊਂਟ ਬੰਦ ਵੀ ਕਰ ਸਕਦਾ ਹੈ। ਗ੍ਰੇਟਾ ਥਨਬਰਗ ਤੇ ਰਿਹਾਨਾ ਨੇ ਅੰਦੋਲਨ ਦੀ ਸਪੋਰਟ ਕੀਤੀ ਤੇ ਭਾਰਤੀ ਹਸਤੀਆਂ ਨੇ ਕਿਹਾ ਕਿ ਦਰਾੜ ਪਾਉਣ ਵਾਲਿਆਂ ਦੇ ਕੋਲੋਂ ਬਚ ਕੇ ਰਹਿਣਾ ਚਾਹੀਦਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰੋਹਿਤ ਸ਼ਰਮਾ ਦੇ ਉੱਤੇ ਵੀ ਕੰਗਣਾ ਦਾ ਟਵੀਟ ਜੋ ਆਇਆ ਸੀ ਉਹ ਡਿਲੀਟ ਹੋ ਚੁੱਕਿਆ। ਟਵਿੱਟਰ ਨੇ ਕੰਗਣਾ ਦਾ ਰੋਹਿਤ ਸ਼ਰਮਾ ਦੇ ਉੱਤੇ ਕੀਤਾ ਗਿਆ ਟਵੀਟ ਡਿਲੀਟ ਕਰ ਦਿੱਤਾ। ਇਹਦੇ ਵਿੱਚ ਉਹਨਾਂ ਨੇ ਰੋਹਿਤ ਸ਼ਰਮਾ ਤੇ ਬਾਕੀ ਕ੍ਰਿਕਟਰਜ਼ ਨੂੰ ਧੋਬੀ ਦਾ ਕੁੱਤਾ ਦੱਸਿਆ ਸੀ। ਰੋਹਿਤ ਸ਼ਰਮਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਸੀ ਕਿ ਦੇਸ਼ ਦੀ ਭਲਾਈ ਵਿੱਚ ਕਿਸਾਨਾਂ ਦਾ ਯੋਗਦਾਨ ਅਹਿਮ ਹੈ, ਸਾਰੇ ਮਿਲ ਕੇ ਸਮੱਸਿਆ ਦਾ ਹੱਲ ਕੱਢ ਲਵਾਂਗੇ। ਇਹਦੇ ਉੱਤੇ ਕੰਗਣਾ ਨੇ ਕਿਹਾ ਸੀ ਕਿ ਇਹ ਸਾਰੇ ਕ੍ਰਿਕਟਰਜ਼ ਧੋਬੀ ਦਾ ਕੁੱਤਾ, ਘਰ ਦਾ ਨਾ ਘਾਟ ਦਾ ਵਰਗੇ ਸਾਊਂਡ ਕਿਉਂ ਕਰ ਰਹੇ ਨੇ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦੇਣੀ ਬਣਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਮਨਜੀਤ ਸਿੰਘ ਜੀਕੇ ਨੇ ਟਵਿੱਟਰ ਨੂੰ ਕਾਨੂੰਨੀ ਨੋਟਿਸ ਭੇਜ ਕੇ ਕੰਗਣਾ ਰਣੌਤ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਕੰਗਣਾ ਰਣੌਤ ਦੇ ਵਿਵਾਦਗ੍ਰਸਤ ਕਮੈਂਟ ਦਾ ਹਵਾਲਾ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਕੰਗਣਾ ਆਪਣੀ ਮਸ਼ਹੂਰੀ ਦਾ ਇਸਤੇਮਾਲ ਕਰਕੇ ਕਿਸਾਨਾਂ ਤੇ ਸਿੱਖ ਸਮੁਦਾਇ ਦਾ ਅਪਮਾਨ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਨੋਟਿਸ ਦੇ ਵਿੱਚ ਟਵਿੱਟਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੰਗਣਾ ਦੇ ਵਿਵਾਦਗ੍ਰਸਤ ਟਵੀਟ ਨਹੀਂ ਹਟਾਏ ਜਾਂਦੇ ਤੇ ਉਸ ਦਾ ਅਕਾਊਂਟ ਸਸਪੈਂਡ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਵੀ ਮਾਣਹਾਨੀ ਦਾ ਜ਼ਿੰਮੇਵਾਰ ਮੰਨਿਆ ਜਾਵੇਗਾ ਤੇ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਵਿਚਾਰ ਸਭ ਦੇ ਆਪਣੇ ਆ, ਸਭ ਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਅਧਿਕਾਰ ਹੈ। ਮਰਿਆਦਾ ਦੇ ਵਿੱਚ ਰਹਿ ਕੇ ਅਧਿਕਾਰ ਹੈ। ਜੇ ਤਾਂ ਕੋਈ ਗਾਲ ਦੁੱਪੜ ਦੀ ਵਰਤੋਂ ਕਰੇ, ਜੇ ਕੋਈ ਹਿੰਸਾ ਫੈਲਾਉਣ ਦੀ ਗੱਲ ਕਰੇ, ਜੇਕਰ ਕੋਈ ਭਾਰਤ ਦੀ ਮਹਾਨਤਾ ਦੇ ਉੱਤੇ ਗਲਤ ਤਰੀਕੇ ਨਾਲ ਟਿੱਪਣੀਆਂ ਕਰੇ, ਜੇਕਰ ਕੋਈ ਤਿਰੰਗੇ ਦਾ ਅਪਮਾਨ ਕਰੇ ਤਾਂ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਚਾਹੀਦਾ। ਸਾਡੇ ਮਨ 'ਚ ਤਿਰੰਗੇ ਦਾ ਵੀ ਬਹੁਤ ਸਨਮਾਨ ਆ, ਦੇਸ਼ ਭਗਤੀ ਵੀ ਹੋਣੀ ਚਾਹੀਦੀ ਹੈ, ਦੇਸ਼ ਦਾ ਸਨਮਾਨ ਬੇਹੱਦ ਹੋਣਾ ਚਾਹੀਦਾ। ਪਰ ਜੇਕਰ ਵਿਚਾਰ ਪ੍ਰਗਟਾਵਾ ਕੀਤਾ ਤਾਂ ਉਹਨੂੰ ਇਸ ਤਰੀਕੇ ਨਾਲ ਟੁੱਟ ਕੇ ਵੀ ਨਹੀਂ ਪੈਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਹੁਣ ਪਿਆ ਜਾ ਰਿਹਾ। ਇਸ ਤੋਂ ਇਲਾਵਾ ਗੱਲ ਇਹ ਵੀ ਹੈ ਕਿ ਕਿਸਾਨਾਂ ਨੇ ਆਪਣਾ ਇੱਕ ਗੁੱਸਾ ਜ਼ਾਹਰ ਕੀਤਾ। ਉਹਨਾਂ ਨੇ ਆਖਿਆ ਜੀ ਕਿ ਦੁਨੀਆ ਭਰ ਦੇ ਵਿੱਚ ਵਸਦੀਆਂ ਮਸ਼ਹੂਰ ਹਸਤੀਆਂ ਨੇ ਤਾਂ ਸਾਡੇ ਅੰਦੋਲਨ ਦਾ ਸਾਥ ਦਿੱਤਾ, ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਬੋਲੀਆਂ, ਪਰ ਜਿਨ੍ਹਾਂ ਨੂੰ ਅਸੀਂ ਇੱਕ ਕੀਮਤੀ ਵੋਟ ਪਾਈ ਆ ਉਹਨਾਂ ਦੀ ਨਜ਼ਰ ਦੇ ਵਿੱਚ ਅਸੀਂ ਅੱਤਵਾਦੀ ਆ। ਉਹ ਸਾਡੀ ਮੰਗ ਮੰਨ ਕੇ ਰਾਜ਼ੀ ਨਹੀਂ। 72-73 ਦਿਨ ਹੋ ਗਏ ਆ। ਕਿਸਾਨਾਂ ਨੇ ਕਿਹਾ ਸਾਨੂੰ ਇਸ ਵਕਤ ਦਿੱਲੀ ਦੀਆਂ ਹੱਦਾਂ ਦੇ ਉੱਤੇ ਬੈਠੇ ਹੋਏ ਸਾਡਾ ਜੀ ਨਹੀਂ ਕਰਦਾ ਕਿ ਅਸੀਂ ਇੱਥੇ ਕੋਈ ਨਾ ਪਿਕਨਿਕ ਦੇ ਲਈ ਆਏ ਆ, ਨਾ ਕੋਈ ਮੌਜ ਮਸਤੀ ਕਰਨ ਆਏ ਆ। ਪਰ ਇਹ ਗੱਲ ਪੱਕੀ ਹੈ ਵੀ ਜੇਕਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਅਸੀਂ ਤਾਂ ਜਾਂਦੇ, ਅਸੀਂ ਇੱਥੋਂ ਬਿਲਕੁਲ ਨਹੀਂ। ਸੋ ਇਸ ਵਕਤ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੇ ਵੱਲੋਂ ਕੋਈ ਵੀ ਪ੍ਰੋਗਰਾਮ ਹਾਲ ਦੀ ਘੜੀ ਨਹੀਂ ਉਲੀਕਿਆ ਗਿਆ ਕਿ ਅਸੀਂ ਜਲਦੀ ਕੋਈ ਨਾ ਕੋਈ ਨਵੀਂ ਮੀਟਿੰਗ ਕਰੀਏ, ਕਿਉਂਕਿ 6 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ। ਭਾਰਤ ਦਾ ਚੱਕਾ ਜਾਮ ਦੁਪਹਿਰੇ 12 ਵਜੇ ਤੋਂ ਲੈ ਕੇ ਤੇ 3 ਵਜੇ ਤੱਕ, ਯਾਨੀ ਕਿ 3 ਘੰਟੇ ਦੇ ਲਈ ਭਾਰਤ ਦੇ ਵਿੱਚ ਚੱਕਾ ਜਾਮ ਕੀਤਾ ਜਾਣਾ। ਇਸੇ ਕਰਕੇ ਹੀ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਲੰਘੇ ਕੱਲ੍ਹ ਅਜੀਤ ਡੋਭਾਲ ਹੋਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਸ਼ਾਇਦ ਉਹਨਾਂ ਦੇ ਵੱਲੋਂ ਕੋਈ ਮਹੱਤਵਪੂਰਨ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕੀਤੀ ਗਈ ਹੋਊਗੀ। ਪਰ ਗੱਲ ਇਹ ਹੈ ਕਿ ਕਿਸਾਨੀ ਮਸਲਾ ਕਦੋਂ ਹੱਲ ਹੋਣਾ। ਗੱਲ ਇਹ ਹੈ ਕਿ ਜੋ ਕਿਸਾਨ ਅੰਦੋਲਨ ਕਰ ਰਹੇ ਆ, ਇਸ ਅੰਦੋਲਨ ਨੂੰ ਕਿਹੜੇ ਸਿੱਟੇ ਦੇ ਉੱਤੇ ਅਸੀਂ ਪਹੁੰਚਦਾ ਵੇਖ ਰਹੇ ਹਾਂ। ਗੱਲ ਇਹ ਹੈ ਕਿ ਕਿਸਾਨ ਕਿੰਨੀ ਕੁ ਦੇਰ ਉੱਥੇ ਰਹਿਣਗੇ, ਕਿਉਂਕਿ ਕਿਸਾਨਾਂ ਨੇ ਤਾਂ ਇਹ ਗੱਲ ਕਹੀ ਆ ਕਿ ਅਸੀਂ ਟਿਕ ਕੇ
ਬੈਠੇ ਆ, ਸ਼ਾਂਤਮਈ ਬੈਠੇ ਆ, ਸਾਨੂੰ ਕੋਈ ਪਰਵਾਹ ਨਹੀਂ ਭਾਵੇਂ ਅਕਤੂਬਰ ਮਹੀਨੇ ਤੱਕ ਬਹਿਣਾ ਪੈ ਜੇ। ਪਰ ਕੇਂਦਰ ਦੀ ਸਰਕਾਰ ਕਦੋਂ ਲਿਫੂਗੀ, ਕਿੰਨੀ ਕੁ ਗੱਲ ਮੰਨੂਗੀ, ਕੀ ਮੰਨੂਗੀ ਵੀ ਕਿ ਨਹੀਂ? ਕਿਉਂਕਿ ਲੰਘੇ ਕੱਲ੍ਹ ਕੰਡੇਲਾ ਪਿੰਡ ਦੇ ਵਿੱਚ ਹੋਈ ਮਹਾਂ ਪੰਚਾਇਤ ਦੇ ਵਿੱਚ ਰਾਕੇਸ਼ ਟਕੈਤ ਹੋਰਾਂ ਨੇ ਦੋ ਟੋਕੇ ਗੱਲ ਕਹਿ ਦਿੱਤੀ ਹੈ ਕਿ ਜੇਕਰ ਹੁਣ ਖੇਤੀਬਾੜੀ ਮੰਤਰੀ ਜਾਂ ਹੋਰ ਕੋਈ ਵੀ ਮੰਤਰੀ ਮੀਟਿੰਗ ਕਰਨ ਆਊਗਾ, ਅਸੀਂ ਉਹਦੇ ਨਾਲ ਬਿਲਕੁਲ ਮੀਟਿੰਗ ਨਹੀਂ ਕਰਨੀ। ਜੇਕਰ ਮੀਟਿੰਗ ਕਰਨੀ ਹੈ, ਗੱਲਬਾਤ ਕਰਨੀ ਹੈ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਉਹਦੇ ਵਿੱਚ ਹਾਜ਼ਰ ਹੋਣ, ਸਾਨੂੰ ਇਸ ਤੋਂ ਘੱਟ ਕੁਝ ਵੀ ਹੋਰ ਮਨਜ਼ੂਰ ਨਹੀਂ। ਤੇ ਜਦੋਂ ਅਕਤੂਬਰ ਤੱਕ ਦੇ ਲਈ ਸਮਾਂ ਮਿਥ ਲਿਆ ਗਿਆ, ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਤਾਂ ਵਧਣਾ ਚਾਹੀਦਾ, ਪਰ ਹਾਲ ਦੀ ਘੜੀ ਵਧਿਆ ਹੋਇਆ ਪ੍ਰਤੀਤ ਨਹੀਂ ਹੁੰਦਾ। ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦੇ ਵਿੱਚ ਲਗਾਤਾਰ ਸਵਾਲ ਉੱਠ ਰਹੇ ਆ। ਕੇਂਦਰ ਸਰਕਾਰ ਦੇ ਵੱਲ ਲਗਾਤਾਰ ਸ਼ਬਦਕ ਵਾਰ ਕੀਤੇ ਜਾ ਰਹੇ ਆ ਵੱਖ-ਵੱਖ ਨੇਤਾਵਾਂ ਦੇ ਵੱਲੋਂ, ਪਰ ਫਿਰ ਵੀ ਕੇਂਦਰ ਦੀ ਸਰਕਾਰ ਦਾ ਕਹਿਣਾ ਕਿ ਖੇਤੀ ਕਾਨੂੰਨ ਬਹੁਤ ਅੱਛੇ ਆ, ਇਹ ਆਮਦਨ ਦੁੱਗਣੀ ਕਰਨ ਵਾਲੇ ਆ ਤੇ ਬਹੁਤ ਸਾਰੇ ਕਿਸਾਨ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਹੈ। ਕਿਸਾਨਾਂ ਨੇ ਗਾਜ਼ੀਪੁਰ ਵਾਲੇ ਬਾਰਡਰ ਦੇ ਉੱਤੇ ਸੜਕ ਤੇ ਲਾਈਆਂ ਗਈਆਂ ਕਿੱਲਾਂ, ਜਿਹੜੀਆਂ ਕਿ ਇਉਂ ਵਿਛਾਈਆਂ ਗਈਆਂ ਸੀ ਬਈ ਇੱਥੇ ਕੋਈ ਬਹੁਤ ਵੱਡੀ ਪਾਕਿਸਤਾਨੀ ਜਾਂ ਕੋਈ ਹੋਰ ਦੇਸ਼ ਦੀ ਗਦਾਰ ਕੋਈ ਟੀਮ ਆਈ ਹੈ, ਉਹ ਇਉਂ ਪ੍ਰਭਾਵ ਸਿਰਜਦੀਆਂ ਸੀ ਕਿ ਬਹੁਤ ਇੱਥੇ ਕੁਝ ਮਾੜਾ ਹੋ ਜਾਣਾ। ਉਹਨਾਂ ਕਿੱਲਾਂ ਦੇ ਕਰਕੇ ਦੇਸ਼ ਦੀ ਸਰਕਾਰ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋਏ। ਸੋ ਉਹ ਕਿੱਲਾਂ ਹੁਣ ਹਟਾ ਦਿੱਤੀਆਂ ਗਈਆਂ। ਪੁਲਿਸ ਦਾ ਇਹ ਕਹਿਣਾ ਜੀ ਕਿ ਅਸੀਂ ਆਪ ਹਟਾਈਆਂ, ਕਿਸਾਨਾਂ ਕੁਝ ਕੁ ਦਾ ਕਹਿਣਾ ਜੀ ਕਿ ਅਸੀਂ ਹੀ ਇਹ ਅੱਧੀਆਂ ਕੁ ਹਟਾਤੀਆਂ ਸੀ। ਪਰ ਜਦੋਂ ਹੁਣ ਪੁਲਿਸ ਦੀਆਂ ਤਸਵੀਰਾਂ ਆਈਆਂ ਜਾਂ ਕਹਿ ਦਈਏ ਵੀ ਪੁਲਿਸ ਦੇ ਵੱਲੋਂ ਜਦੋਂ ਹਟਵਾਈਆਂ ਗਈਆਂ ਮਜ਼ਦੂਰਾਂ ਦੇ ਰਾਹੀਂ ਵੀ ਇਹ ਕਿੱਲਾਂ ਜਦੋਂ ਹੁਣ ਮੋੜੀਆਂ ਜਾ ਰਹੀਆਂ, ਕਿਉਂਕਿ ਪਹਿਲਾਂ ਸਿੱਧੀਆਂ ਖੜੀਆਂ ਸੀ, ਹੁਣ ਉਹਨਾਂ ਨੂੰ ਮੋੜ ਦਿੱਤਾ ਗਿਆ, ਹੁਣ ਉਹ ਕਿਸੇ ਦੇ ਵੱਜਣਗੀਆਂ ਨਹੀਂ। ਤੇ ਇਹਦੇ ਮੁਤਲਕ ਪੁਲਿਸ ਦੀ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕਿੱਲਾਂ ਪੁਰਾਣੀਆਂ ਹੋ ਗਈਆਂ ਸੀ, ਅਸੀਂ ਇਸ ਕਰਕੇ ਇਹਨਾਂ ਨੂੰ ਹਟਾ ਰਹੇ ਹਾਂ। ਕੁਝ ਕੁ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਜੀ ਕਿ ਅਸੀਂ ਸਿਰਫ ਜਗ੍ਹਾ ਤਬਦੀਲ ਕਰ ਰਹੇ ਹਾਂ ਕਿਉਂਕਿ ਇੱਥੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਸੀ। ਸਵਾਲ ਇਹਨਾਂ ਦੋਵਾਂ ਗੱਲਾਂ ਦੇ ਉੱਤੇ ਉੱਠਦੇ ਆ। ਜੇ ਤਾਂ ਇਹ ਪੁਰਾਣੀਆਂ ਹੋ ਗਈਆਂ ਤਾਂ 3-4 ਦਿਨ ਪਹਿਲਾਂ ਲਾਈਆਂ ਤੇ ਇੰਨੀ ਛੇਤੀ ਪੁਰਾਣੀਆਂ ਹੋ ਗਈਆਂ, ਤੇ ਜੇਕਰ ਤੁਸੀਂ ਜਗ੍ਹਾ ਹੁਣ ਤਬਦੀਲ ਕਰਨ ਲੱਗੇ ਆ ਤਾਂ ਕੀ ਤੁਹਾਨੂੰ ਪਹਿਲਾਂ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਸ ਥਾਂ ਦੇ ਉੱਤੇ ਕੋਈ ਸੱਟ ਫੇਟ ਵੱਜ ਸਕਦੀ ਹੈ, ਕਿਸੇ ਦੇ ਪੈਰ ਛਿੱਲੇ ਜਾ ਸਕਦੇ ਆ, ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਹੈ। ਇਹ ਸਾਰੀਆਂ ਗੱਲਾਂ ਮਾਮਲੇ ਨੂੰ ਕਵਰ ਕਰਨ ਦੀ ਕੋਸ਼ਿਸ਼ ਦੇ ਰੂਪ ਦੇ ਵਿੱਚ ਹੈ, ਜਦ ਕਿ ਕਿਸਾਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਇਹ ਕਿੱਲਾਂ ਪੱਟ ਦੇਣੀਆਂ। ਕਿਉਂਕਿ ਰਾਕੇਸ਼ ਟਕੈਤ ਹੋਰਾਂ ਨੇ ਜੋ ਕੰਡੇਲਾ ਪਿੰਡ ਦੇ ਵਿੱਚ ਮਹਾਂ ਪੰਚਾਇਤ ਹੋਈ ਆ, ਉੱਥੇ ਇਹ ਗੱਲ ਕਹਿ ਦਿੱਤੀ ਸੀ ਕਿ ਜੇਕਰ ਇਹਨਾਂ ਕਿੱਲਾਂ ਨੂੰ ਤੁਸੀਂ ਇਵੇਂ ਲਾਈ ਰੱਖਿਆ ਤਾਂ ਇਹ ਗੱਲ ਸੋਚ ਲਓ ਕਿ ਇਹ ਪੱਟੀਆਂ ਵੀ ਜਾਣੀਆਂ। ਅਸੀਂ ਇਹਨਾਂ ਕਿੱਲਾਂ ਨੂੰ ਪੱਟ ਕੇ ਆਪਣੇ ਘਰਾਂ ਦੇ ਵਿੱਚ ਸਾਂਭ ਕੇ ਰੱਖਾਂਗੇ। ਆਉਂਦੀਆਂ ਪੀੜ੍ਹੀਆਂ ਦੇਖਿਆ ਕਰਨਗੀਆਂ ਕਿ ਸਾਡੇ ਵੱਡੇ ਵਡੇਰਿਆਂ ਨੇ ਕਿਸਾਨ ਅੰਦੋਲਨ ਲੜਿਆ ਸੀ ਤੇ ਉੱਥੋਂ ਕਿੱਲਾਂ ਪੱਟ ਕੇ ਲਿਆਏ ਸੀਗੇ ਤੇ ਇਹ ਉਹਦੀਆਂ ਨਿਸ਼ਾਨੀਆਂ ਹੈਗੀਆਂ। ਸੋ ਇਸ ਕਰਕੇ ਸ਼ਾਇਦ ਕੇਂਦਰ ਦੀ ਸਰਕਾਰ ਤੇ ਦਿੱਲੀ ਦੀ ਪੁਲਿਸ ਆ ਜਿਹੜੀ, ਜਦੋਂ ਉਹਦੇ ਉੱਤੇ ਦਬਾਅ ਵਧਿਆ ਤਾਂ ਇਹਨਾਂ ਕਿੱਲਾਂ ਨੂੰ ਹਟਾਉਣ ਦੀ ਚਰਚਾ ਚੱਲੀ, ਇਹਨਾਂ ਕਿੱਲਾਂ ਨੂੰ ਹਟਾ ਲਿਆ ਗਿਆ। ਪਰ ਦੇਸ਼ ਦੁਨੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਿਵਾਦ ਵੀ ਉੱਠਿਆ, ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਵੀ ਹੋਈ ਹੈ ਕਿ ਕੀ ਕਿਸਾਨ ਦਾ ਕਸੂਰ ਸਿਰਫ ਇਹੀ ਹੈ ਕਿ ਉਹ ਮਿੱਟੀ ਨਾਲ ਮਿੱਟੀ ਹੁੰਦਾ? ਕੀ ਇਹ ਚੀਨ ਦੇ ਫੌਜੀ ਹੈ? ਕੀ ਇਹ ਪਾਕਿਸਤਾਨ ਦੀ ਸੈਨਾ, ਜਿਹਦੇ ਕਰਕੇ ਅਸੀਂ ਇੰਨੀਆਂ ਵੱਡੀਆਂ ਯੋਜਨਾਵਾਂ ਉਲੀਕਦੇ ਹਾਂ, ਇੰਨੀਆਂ ਵੱਡੀਆਂ ਕੰਧਾਂ, ਇੰਨੇ ਵੱਡੇ ਬੈਰੀਕੇਡ ਲਾ ਦਿੱਤੇ ਆ, ਇੱਦਾਂ ਅਸੀਂ ਕਿੱਲਾਂ ਵਿਛਾ ਦਿੱਤੀਆਂ? ਜਦੋਂ ਸਵਾਲ ਉੱਠੇ ਤਾਂ ਫਿਰ ਇਹ ਸਾਰਾ ਕੁਝ ਕੀਤਾ ਗਿਆ ਜਿਹੜਾ ਕਿ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਪਰ ਹੁਣ ਪਤਾ ਲੱਗਾ ਜੀ ਕਿ ਬਰਤਾਨੀਆ ਦੀ ਲੋਕ ਸਭਾ ਦੇ ਵਿੱਚ ਵੀ ਕਿਸਾਨ ਮੁੱਦਾ ਗੂੰਜ ਸਕਦਾ, ਕਿਉਂਕਿ ਬ੍ਰਿਟੇਨ ਦੀ ਜੋ ਪਾਰਲੀਮੈਂਟ ਆ ਉਹਦੀ ਵੈਬਸਾਈਟ ਦੇ ਉੱਤੇ ਇੱਕ ਪ੍ਰੋਗਰਾਮ ਆ ਕਿ ਜੇਕਰ ਕਿਸੇ ਵੀ ਨੁਕਤੇ, ਕਿਸੇ ਵੀ ਮੁੱਦੇ ਦੇ ਉੱਤੇ 1 ਲੱਖ ਤੋਂ ਵੱਧ ਲੋਕਾਂ ਦੀ ਵੋਟ ਪੈਂਦੀ ਆ, ਦਸਤਖਤ ਹੁੰਦੇ ਆ, ਤਾਂ ਉਸ ਮੁੱਦੇ ਨੂੰ ਸਹਿਮਤੀ ਦੇ ਨਾਲ ਪਾਰਲੀਮੈਂਟ ਦੇ ਵਿੱਚ ਵਿਚਾਰਿਆ ਜਾ ਸਕਦਾ। ਤੇ 1 ਲੱਖ ਤੇ 10,000 ਤੋਂ ਵੱਧ ਲੋਕਾਂ ਦੇ ਵੱਲੋਂ ਦਸਤਖਤ ਕੀਤੇ ਗਏ ਆ, ਵੋਟ ਪਾਈ ਗਈ ਆ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ। ਇਹ ਨੁਕਤਾ, ਇਹ ਮੁੱਦਾ ਹੁਣ ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਚੁੱਕਿਆ ਜਾ ਸਕਦਾ। ਹਾਲਾਂਕਿ ਇਹ ਗੱਲ ਕਹੀ ਜਾ ਰਹੀ ਹੈ ਵਾਰ-ਵਾਰ ਕਿ ਭਾਰਤ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਕਿਸੇ ਵੀ ਹੋਰ ਦੇਸ਼ ਨੂੰ ਦਖਲ ਨਹੀਂ ਦੇਣਾ ਚਾਹੀਦਾ, ਪਰ ਇਹ ਤਾਂ ਪਾਰਲੀਮੈਂਟ ਦੀ ਮਰਿਆਦਾ ਦੀ ਗੱਲ ਹੈ। ਪਾਰਲੀਮੈਂਟ ਦੇ ਵਿੱਚ ਜੋ ਮੈਂਬਰ ਬੈਠੇ ਨੇ ਉਹਨਾਂ ਨੂੰ ਜੇਕਰ ਭਾਵੇਂ ਇੰਗਲੈਂਡ ਦੇ ਆ, ਭਾਵੇਂ ਕੈਨੇਡਾ ਦੇ ਆ, ਭਾਵੇਂ ਕਿਤੇ ਵੀ ਹੋਰ ਦੇ ਆ, ਜੇਕਰ ਉਹ ਨੁਕਤਾ ਚੁੱਕਣਾ ਚਾਹੁਣ ਤਾਂ ਉਹ ਚੁੱਕ ਵੀ ਸਕਦੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨ ਅੰਦੋਲਨ ਦਾ ਮਾਮਲਾ ਹੁਣ ਬ੍ਰਿਟੇਨ ਦੀ ਸੰਸਦ ਦੇ ਵਿੱਚ ਫਿਰ ਗੂੰਜ ਸਕਦਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਕਿਸਾਨ ਅੰਦੋਲਨ ਦੇ ਉੱਤੇ ਭਾਰਤ ਸਰਕਾਰ ਦੇ ਵੱਲੋਂ ਲਏ ਜਾ ਰਹੇ ਫੈਸਲਿਆਂ ਨੂੰ ਲੈ ਕੇ ਇੱਕ ਪਟੀਸ਼ਨ ਮੁਹਿੰਮ ਚਲਾਈ ਗਈ ਸੀ। ਇਸ ਦੇ ਉੱਤੇ ਲੱਖਾਂ ਲੋਕਾਂ ਨੇ ਆਪਣਾ ਸਮਰਥਨ ਜ਼ਾਹਰ ਕੀਤਾ। ਇਸ ਤੋਂ ਬਾਅਦ ਬ੍ਰਿਟਿਸ਼ ਸੰਸਦ ਦੇ ਵਿੱਚ ਕਿਸਾਨ ਅੰਦੋਲਨ ਦੇ ਉੱਤੇ ਚਰਚਾ ਹੋ ਸਕਦੀ ਹੈ। ਬ੍ਰਿਟਿਸ਼ ਸੰਸਦ ਦੀ ਵੈਬਸਾਈਟ ਦੇ ਉੱਤੇ ਇੱਕ ਪਲੇਟਫਾਰਮ ਹੈ ਜਿੱਥੇ ਕਿਸੇ ਵੀ ਮੁੱਦੇ ਦੇ ਉੱਤੇ ਲੋਕ ਆਪਣੀ ਰਾਏ ਦੇ ਸਕਦੇ ਨੇ। ਇੱਥੇ ਕਿਸੇ ਵੀ ਪਟੀਸ਼ਨ ਨੂੰ 1 ਲੱਖ ਤੋਂ ਵੱਧ ਲੋਕਾਂ ਦਾ ਸਮਰਥਨ ਮਿਲਦਾ ਤਾਂ ਫਿਰ ਉਸ ਦੇ ਉੱਤੇ ਸੰਸਦ ਦੇ ਵਿੱਚ ਚਰਚਾ ਕੀਤੀ ਜਾ ਸਕਦੀ ਹੈ। ਭਾਰਤ ਦੇ ਵਿੱਚ ਜਾਰੀ ਕਿਸਾਨ ਅੰਦੋਲਨ ਨੂੰ ਲੈ
के ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਦੇ ਉੱਤੇ ਤਕਰੀਬਨ 1,10,000 ਦਸਤਖਤ ਕੀਤੇ ਜਾ ਚੁੱਕੇ ਨੇ। ਸੋ ਬ੍ਰਿਟਿਸ਼ ਸੰਸਦ ਦੀ ਪਟੀਸ਼ਨ ਕਮੇਟੀ ਕਿਸਾਨ ਅੰਦੋਲਨ ਦੇ ਉੱਤੇ ਚਰਚਾ ਕਰਨ ਮੁਤਲਕ ਵਿਚਾਰ ਕਰ ਸਕਦੀ ਹੈ। ਬ੍ਰਿਟਿਸ਼ MP ਕਲਾਉਡੀ ਵੈਬ ਨੇ ਟਵੀਟ ਕਰਕੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਹਨਾਂ ਟਵੀਟ ਦੇ ਵਿੱਚ ਲਿਖਿਆ ਕਿ ਭਾਰਤ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਸਾਡੀ ਸਰਕਾਰ ਤੁਰੰਤ ਹਥਿਆਰਾਂ, ਵਾਟਰ ਕੈਨਨ ਤੇ ਅਥਰੂ ਗੈਸ ਦੀ ਵਿਕਰੀ ਦੇ ਉੱਤੇ ਪਾਬੰਦੀ ਲਾਵੇ। ਭਾਰਤ ਦੇ ਵਿੱਚ ਇਸ ਨੂੰ ਕਿਸਾਨਾਂ ਦੇ ਖਿਲਾਫ ਵਰਤਿਆ ਜਾ ਰਿਹਾ। ਸ਼ਾਂਤਮਈ ਰੋਸ ਪ੍ਰਦਰਸ਼ਨ ਮਨੁੱਖੀ ਅਧਿਕਾਰ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਵਿੱਚ ਭਾਰਤੀ ਮੂਲ ਦੇ MP ਤਨਮਨਜੀਤ ਸਿੰਘ ਢੇਸੀ ਕਈ ਵਾਰ ਆਵਾਜ਼ ਬੁਲੰਦ ਕਰ ਚੁੱਕੇ ਨੇ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ NDP ਲੀਡਰ ਜਗਮੀਤ ਸਿੰਘ ਨੇ ਵੀ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਹੈ। ਵਿਦੇਸ਼ਾਂ ਦੇ ਵਿੱਚ ਸਿਆਸੀ ਨੇਤਾਵਾਂ ਤੋਂ ਇਲਾਵਾ ਭਾਰਤੀ ਭਾਈਚਾਰਾ ਵੀ ਰੋਸ ਪ੍ਰਦਰਸ਼ਨ ਕਰ ਰਿਹਾ ਤੇ ਕਿਸਾਨਾਂ ਨੂੰ ਲਗਾਤਾਰ ਸਮਰਥਨ ਦਿੱਤਾ ਜਾ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਕਿਸਾਨੀ ਮੁੱਦਾ ਗੂੰਜ ਰਿਹਾ ਹੋਵੇ, ਜਦੋਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਦੁਨੀਆ ਦੇ ਹੋਰ ਵੱਖ-ਵੱਖ ਵੱਡੇ ਦੇਸ਼ਾਂ ਦੇ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੋਵੇ ਤੇ 90% ਦੀ ਗੱਲ ਕਿਸਾਨੀ ਦੇ ਹੱਕ ਦੇ ਵਿੱਚ ਹੋ ਰਹੀ ਹੋਵੇ, ਲੋਕਤੰਤਰਕ ਦੇਸ਼ ਦੇ ਵਿੱਚ ਸਹੀ ਤਰੀਕੇ ਦੇ ਨਾਲ ਕਿਸਾਨੀ ਦੇ ਮਸਲੇ ਸੋਚਣ, ਵਿਚਾਰਨ, ਸਮਝਣ ਤੇ ਮੰਨਣ ਦੀ ਗੱਲ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੋਵੇ, ਤਾਂ ਉਸ ਤੋਂ ਬਾਅਦ ਭਾਰਤ ਦੀ ਸਰਕਾਰ ਨੂੰ ਮੰਨ ਲੈਣਾ ਚਾਹੀਦਾ। ਇਹ ਕਿਉਂ ਨਹੀਂ ਮੰਨਿਆ ਜਾ ਰਿਹਾ? ਇਹਦੇ ਬਾਬਤ BJP ਦੇ ਵੱਖ-ਵੱਖ ਨੇਤਾਵਾਂ ਦੇ ਵੱਖੋ ਵੱਖਰੇ ਵਿਚਾਰ ਆ। ਕਿਸੇ ਦਾ ਇਹ ਕਹਿਣਾ ਕਿ ਇਸ ਕਰਕੇ ਨਹੀਂ ਮੰਨਿਆ ਜਾ ਰਿਹਾ ਕਿਉਂਕਿ ਇਹ ਖੇਤੀ ਕਾਨੂੰਨ ਹੈਗੇ ਬਹੁਤ ਵਧੀਆ। ਕਿਸੇ ਦਾ ਇਹ ਕਹਿਣਾ ਜੀ ਕਿ ਕਾਂਗਰਸ ਦੀ ਸਰਕਾਰ ਵੀ ਤਾਂ ਲੈ ਕੇ ਆਉਣ ਲੱਗੀ ਸੀ, ਪਰ ਉਹਨਾਂ ਨੂੰ ਮੋੜਵਾਂ ਉੱਤਰ ਇਹ ਵੀ ਹੁੰਦਾ ਕਿ ਉਸ ਵਕਤ ਜੇਕਰ ਕਾਂਗਰਸ ਦੀ ਸਰਕਾਰ ਲੈ ਕੇ ਆ ਰਹੀ ਸੀ ਖੇਤੀ ਕਾਨੂੰਨ, ਤਾਂ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ, ਅਰੁਣ ਜੇਟਲੀ ਤੇ ਸੁਸ਼ਮਾ ਸਵਰਾਜ ਜੀ, ਉਹਨਾਂ ਦੇ ਵੱਲੋਂ ਇਹਨਾਂ ਖੇਤੀ ਕਾਨੂੰਨਾਂ ਦੀ ਵਿਰੋਧਤਾ ਕੀਤੀ ਗਈ ਸੀ। ਜੇਕਰ ਕਾਂਗਰਸ ਦੇ ਵੱਲੋਂ ਲੈ ਕੇ ਆਂਦੇ ਜਾ ਰਹੇ ਸੀ ਤਾਂ ਕਾਂਗਰਸ ਦਾ ਬਣਿਆ ਕੀ, ਉਹਨੂੰ ਕਿੰਨੀਆਂ ਕੁ ਸੀਟਾਂ ਮਿਲੀਆਂ, ਇਹ ਗੱਲ ਜ਼ਰੂਰ ਸੋਚਣੀ ਵਿਚਾਰਨੀ ਚਾਹੀਦੀ ਹੈ। ਤੇ ਜੇਕਰ ਵਰਤਮਾਨ ਸਰਕਾਰ ਆ ਜਿਹੜੀ ਉਹ ਇਸ ਮਾਮਲੇ ਦੇ ਉੱਤੇ ਨਹੀਂ ਗੱਲ ਮੰਨੂਗੀ ਕਿਸਾਨੀ ਦੀ, ਤਾਂ ਫਿਰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਆਉਂਦੇ ਸਮੇਂ ਦੇ ਵਿੱਚ BJP ਦੇ ਲਈ ਵੱਡੀਆਂ ਚੁਣੌਤੀਆਂ ਖੜੀਆਂ ਹੋ ਸਕਦੀਆਂ। ਇਸ ਵਕਤ ਪੰਜਾਬ ਦੀ ਕਲੇ ਦੀ ਗੱਲ ਕਰਕੇ ਦੇਖ ਲੈਂਦੇ ਆ। ਨਗਰ ਨਿਗਮ ਦੀਆਂ ਚੋਣਾਂ ਸਿਰ ਦੇ ਉੱਤੇ ਆ, 14 ਤਰੀਕ ਨੂੰ ਵੋਟਾਂ ਪੈਣੀਆਂ। ਪੰਜਾਬ ਦੇ ਵਿੱਚ BJP ਦੇ ਉਮੀਦਵਾਰਾਂ ਦੇ ਲਈ ਬਹੁਤ ਵੱਡੀ ਮੁਸ਼ਕਿਲ ਖੜੀ ਹੋਈ ਵੀ ਆ। 117 ਦੀਆਂ 117 ਸੀਟਾਂ ਅਸੀਂ ਜਿੱਤਾਂਗੇ, BJP ਦੇ ਵੱਖ-ਵੱਖ ਪੰਜਾਬ ਦੇ ਨੇਤਾ ਇਹ ਗੱਲ ਕਹਿੰਦੇ ਆ, ਪਰ ਜਿਸ ਤਰੀਕੇ ਦੀਆਂ ਪ੍ਰਸਥਿਤੀਆਂ ਅੱਜ ਆ, ਉਸ ਹਿਸਾਬ ਦੇ ਨਾਲ ਕਿਵੇਂ ਉਹਨਾਂ ਦੀ ਇਸ ਸੋਚ ਨੂੰ, ਇਸ ਉਮੀਦ ਨੂੰ ਬੂਰ ਪੈ ਸਕਦਾ, ਇਹਦੇ ਬਾਬਤ ਜ਼ਰੂਰ ਖਿਆਲ ਕਰਨਾ ਚਾਹੀਦਾ। ਸੋ ਜੇਕਰ ਵਿਦੇਸ਼ਾਂ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਭਾਰਤ ਦਾ ਇਹ ਕਿਸਾਨ ਮੁੱਦਾ ਗੂੰਜ ਸਕਦਾ ਜਾਂ ਗੂੰਜਣ ਦੀ ਸੰਭਾਵਨਾ ਹੈਗੀ ਆ, ਤਾਂ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਜਿਹੜੇ ਵੀ ਵਿਚਾਰ ਕਰਦੇ ਆ, ਉਹਨਾਂ ਨੂੰ ਕਿਹੜੀ ਗੱਲੋਂ ਕਿਹਾ ਜਾ ਰਿਹਾ ਜੀ ਕਿ ਮਾਰਸ਼ਲ ਇਹਨਾਂ ਨੂੰ ਚੱਕ ਕੇ ਬਾਹਰ ਕੱਢ ਦੇਣ? ਕਿਉਂਕਿ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ 3 ਜਿਹੜੇ ਮੈਂਬਰ ਆ, ਉਹਨਾਂ ਨੂੰ ਮਾਰਸ਼ਲਾਂ ਦੇ ਵੱਲੋਂ ਬਾਹਰ ਕੱਢ ਦਿੱਤਾ ਗਿਆ ਸੀ। ਇਹ ਗੱਲ ਉਹਨਾਂ ਨੇ ਕਹੀ ਸੀ 3 ਜਣਿਆਂ ਨੇ ਕਿ ਅਸੀਂ ਚਾਹੁੰਦੇ ਹਾਂ ਖੇਤੀ ਕਾਨੂੰਨ ਦੇ ਉੱਤੇ ਚਰਚਾ ਹੋਵੇ। ਸੋ ਇਸ ਵਕਤ ਮੁੱਦਾ ਇਹ ਬਹੁਤ ਵੱਡਾ, ਪਰ ਭਾਰਤ ਦੀ ਸਰਕਾਰ ਨੂੰ ਸ਼ਾਇਦ ਇਹ ਛੋਟਾ ਜਾਪਦਾ। ਪਰ ਜਿਵੇਂ ਜਿਵੇਂ ਲੋਕਾਂ ਦਾ ਗੁੱਸਾ ਪ੍ਰਚੰਡ ਹੋ ਰਿਹਾ, ਤਿਉਂ-ਤਿਉਂ ਖਬਰਾਂ ਇਹ ਆਉਣ ਲੱਗੀਆਂ ਕਿ ਇਕੱਠ ਦੇ ਵਿੱਚ ਹੋਰ ਵਾਧਾ ਹੋ ਰਿਹਾ, ਉਵੇਂ-ਉਵੇਂ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਸਮਰਥਨ ਵੱਧ ਰਿਹਾ ਤੇ ਆਉਂਦੇ ਸਮੇਂ ਦੇ ਵਿੱਚ ਸਰਕਾਰ ਦੇ ਲਈ ਇੱਕ ਵੱਡੀ ਮੁਸੀਬਤ ਖੜੀ ਹੋਣ ਦੀ ਪੂਰੀ ਆਸ ਹੈ। ਕਿਸੇ ਵੀ ਮਸ਼ਹੂਰ ਹਸਤੀ ਦਾ ਅਕਸ ਵਿਗਾੜਨ ਦੇ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕੁਝ ਕੁ ਲੋਕਾਂ ਦੇ ਵੱਲੋਂ। ਇਵੇਂ ਹੀ ਰਾਕੇਸ਼ ਟਕੈਤ, ਜਿਹੜੇ ਕਿ ਇਸ ਕਿਸਾਨ ਅੰਦੋਲਨ ਦੀ ਜਿੰਦ ਜਾਨ ਆ, ਉਹਨਾਂ ਦਾ ਇੱਕ ਜਾਲੀ ਖਾਤਾ ਬਣਾ ਕੇ ਫੇਸਬੁੱਕ ਦੇ ਉੱਤੇ, ਹੋਰ ਸੋਸ਼ਲ ਪਲੇਟਫਾਰਮ ਦੇ ਉੱਤੇ ਕਈ ਅਸ਼ਲੀਲ ਫੋਟੋਆਂ, ਕਈ ਅਸ਼ਲੀਲ ਵੀਡੀਓ ਜਿਹੜੀਆਂ ਉਹ ਵਾਇਰਲ ਕੀਤੀਆਂ ਗਈਆਂ। ਹੁਣ ਇਸ ਮਾਮਲੇ ਦੇ ਉੱਤੇ ਚਰਚਾ ਛਿੜੀ ਹੈ। ਜਦੋਂ ਕੁਝ ਕੁ ਲੋਕਾਂ ਨੂੰ ਇਸ ਗੱਲ ਦੇ ਉੱਤੇ ਹੈਰਾਨੀ ਹੋਣ ਲੱਗੀ ਵੀ ਰਾਕੇਸ਼ ਟਕੈਤ ਹੋਰੀ ਇਹ ਸਾਰਾ ਕੁਝ ਕਿਵੇਂ ਕਰ ਸਕਦੇ ਆ, ਤਾਂ ਪਤਾ ਲੱਗਾ ਜੀ ਕਿ ਹੁਣ ਇਸ ਮੁਤਲਕ ਸਾਈਬਰ ਕ੍ਰਾਈਮ ਥਾਣੇ ਨੂੰ ਸ਼ਿਕਾਇਤ ਵੀ ਕਰ ਦਿੱਤੀ ਗਈ ਹੈ। ਇਹ ਉਹਨਾਂ ਦਾ ਆਪਣਾ ਖਾਤਾ ਨਹੀਂ ਹੈ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਕਿਸੇ ਦੇ ਵੱਲੋਂ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ। ਇਸ ਵਕਤ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਜੋ ਤੁਹਾਡੇ ਤੱਕ ਪੋਸਟਾਂ ਪਹੁੰਚ ਰਹੀਆਂ। ਮੈਂ ਨਿੱਜੀ ਤੌਰ ਦੇ ਉੱਤੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ, ਕਿਸੇ ਦੇ ਹੋ ਸਕਦਾ ਖਿਲਾਫ ਤੁਹਾਡੇ ਕੋਲੇ ਪੋਸਟ ਆਵੇ ਕਿ ਦੇਖੋ ਜੀ ਇਸ ਬੰਦੇ ਨੇ ਆਹ ਗੱਲ ਲਿਖੀ ਆ ਜਾਂ ਫਲਾਣੇ ਨੇ ਫਲਾਣੇ ਬਾਰੇ ਆਹ ਗੱਲ ਲਿਖੀ ਆ, ਤੁਸੀਂ ਉਹਦੇ ਉੱਤੇ ਇੱਕਦਮ ਯਕੀਨ ਨਾ ਕਰੋ। ਪਤਾ ਨਹੀਂ ਕਿਹਨੇ ਕਿਹੜੀ ਸਾਜ਼ਿਸ਼ ਦੇ ਨਾਲ ਜਾਲੀ ਖਾਤਾ ਬਣਾ ਕੇ ਤੁਹਾਡੇ ਤੱਕ ਉਹ ਸੁਨੇਹਾ ਪਹੁੰਚਾਇਆ ਹੋਵੇ। ਇਸ ਕਰਕੇ ਤੁਹਾਡਾ ਵੀ ਫਰਜ਼ ਬਣਦਾ ਕਿ ਜਿੰਨੀ ਦੇਰ ਤੱਕ ਉਹਦੀ ਪੜਤਾਲ ਨਹੀਂ ਹੁੰਦੀ, ਉਨੀ ਦੇਰ ਤੱਕ ਤੁਸੀਂ ਉਸ ਗੱਲ ਨੂੰ ਅੱਗੇ ਲੋਕਾਂ ਨਾਲ ਸਾਂਝੀ ਬਿਲਕੁਲ ਨਾ ਕਰੋ। ਇਹ ਵੀ ਇੱਕ ਸੇਵਾ ਹੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਕੈਤ ਦੇ ਨਾਂ ਦੇ ਉੱਤੇ ਫਰਜ਼ੀ ਫੇਸਬੁੱਕ ਆਈਡੀ ਬਣਾ ਕੇ ਅਸ਼ਲੀਲ ਤਸਵੀਰਾਂ ਪੋਸਟ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧ ਦੇ ਵਿੱਚ ਵੀਰਵਾਰ ਸਵੇਰੇ ਕਿਸਾਨ ਯੂਨੀਅਨ ਵੱਲੋਂ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਗਈ ਹੈ। ਕੌਸ਼ਾਂਬੀ ਥਾਣੇ ਦੇ ਵਿੱਚ ਦਿੱਤੀ ਗਈ ਸ਼ਿਕਾਇਤ ਦੇ ਮੁਤਾਬਕ ਦੇਰ ਰਾਤ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰੈਸ ਇੰਚਾਰਜ ਸ਼ਮਸ਼ੇਰ ਰਾਣਾ ਨੂੰ ਕਿਸੇ ਨੇ ਫੋਨ ਕਰਕੇ ਫਰਜ਼ੀ ਆਈਡੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਯੂਨੀਅਨ ਨੇ ਫੇਸਬੁੱਕ ਦੇ ਉੱਤੇ ਜਾ ਕੇ ਦੇਖਿਆ ਕਿ ਰਾਕੇਸ਼ ਟਕੈਤ ਦੀ ਫਰਜ਼ੀ ਆਈਡੀ ਬਣੀ ਹੋਈ ਹੈ
ਹੈ। ਇਹਦੇ ਵਿੱਚ ਰਾਕੇਸ਼ ਟਕੈਤ ਦੀ ਫੋਟੋ ਲੱਗੀ ਹੋਈ ਆ। ਆਈਡੀ ਦੇ ਵਿੱਚ ਲੁਧਿਆਣਾ ਪੰਜਾਬ ਇੰਡੀਆ ਲਿਖਿਆ ਹੋਇਆ। ਇਸ ਆਈਡੀ ਦੇ ਉੱਤੇ ਅਸ਼ਲੀਲ ਤਸਵੀਰਾਂ ਪਾਈਆਂ ਗਈਆਂ ਨੇ। ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਕਿ ਇਹ ਰਾਕੇਸ਼ ਟਕੈਤ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਹੈ। ਯੂਨੀਅਨ ਨੇ ਪੁਲਿਸ ਨੂੰ ਇਸ ਆਈਡੀ ਨੂੰ ਤੁਰੰਤ ਬੰਦ ਕਰਵਾਉਣ ਵਾਸਤੇ ਕਿਹਾ। ਗਾਜ਼ੀਆਬਾਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਬੇਹੱਦ ਘਟੀਆ ਹਰਕਤ ਹੈ, ਜਿਹਦੀ ਜਿੰਨੇ ਸਖਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਜਾਵੇ, ਨਿੰਦਿਆ ਕੀਤੀ ਜਾਵੇ, ਲਾਹਣਤਾਂ ਪਾਈਆਂ ਜਾਣ ਉਹ ਥੋੜ੍ਹੀ ਹੈ। ਭਾਰਤ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਚੱਲ ਰਿਹਾ, ਵੈਸੇ ਤਾਂ ਕੁੱਲ ਦੁਨੀਆ ਦੇ ਵਿੱਚ ਚੱਲ ਰਿਹਾ, ਪਰ ਜਿੱਥੇ ਵਿਹਲੜ ਲੋਕ ਵੱਧ ਆ ਉੱਥੇ ਕਿੱਤਾਂ ਲੋਕ ਵੱਧ ਕਰਦੇ ਆ। ਕਦੇ ਕਿਸੇ ਦਾ ਅਕਸ ਵਿਗਾੜ ਕੇ ਪੇਸ਼ ਕਰਨਾ, ਕਦੇ ਕਿਸੇ ਬਾਰੇ ਕੋਈ ਗੰਦੀ ਟਿੱਪਣੀ ਕਰ ਦੇਣੀ, ਕਦੇ ਕਿਸੇ ਦੀ ਤਸਵੀਰ ਨੂੰ ਵਿਗਾੜ ਕੇ ਪੇਸ਼ ਕਰ ਦੇਣਾ। ਭਾਰਤ ਦੇ ਵਿੱਚ ਵਿਹਲੜ ਲੋਕਾਂ ਦਾ ਇਹ ਸਭ ਤੋਂ ਵੱਡਾ ਕੰਮ ਆ। ਉਹ ਇਸ ਕੰਮ ਨੂੰ ਸਭ ਤੋਂ ਵੱਡਾ ਤੇ ਵਧੀਆ ਮੰਨਦੇ ਆ। ਰਾਕੇਸ਼ ਟਕੈਤ ਤੇ ਬਾਕੀ ਕਿਸਾਨ ਆਗੂਆਂ ਦੇ ਉੱਤੇ ਸਾਨੂੰ ਮਾਣ ਆ, ਜਿਹੜੇ ਕਿ ਇਸ ਵਕਤ ਡਟੇ ਹੋਏ ਆ ਤੇ ਇਸ ਅੰਦੋਲਨ ਦੇ ਵਿੱਚ ਆਪਣੀ ਜਿੰਦ ਜਾਨ ਲਾਉਣ ਵਾਲੇ, ਰੂਹ ਫੂਕਣ ਵਾਲੇ ਲੋਕਾਂ ਨੂੰ ਸਾਰੀ ਦੁਨੀਆ ਦੇ ਵਿੱਚ ਵਸਦੇ ਲੋਕਾਂ ਦੇ ਵੱਲੋਂ ਸਲਾਮ ਕੀਤੀ ਜਾ ਰਹੀ ਹੈ। ਤੇ ਜਿਹੜੇ ਵੀ ਲੋਕ ਇਹੋ ਜਿਹੀਆਂ ਆਈਡੀਜ਼ ਬਣਾਉਂਦੇ ਆ, ਜਿਹੜੇ ਵੀ ਕਿਸੇ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਆ। ਸਾਡਾ ਸਾਈਬਰ ਕ੍ਰਾਈਮ ਸੈੱਲ ਆ ਜਿਹੜਾ ਉਹ ਪੂਰਾ ਚੌਕਸ ਰਹਿਣਾ ਚਾਹੀਦਾ। ਜੇਕਰ ਕੋਈ ਵੀ ਕਿਸੇ ਦੇ ਬਾਰੇ ਕੁਝ ਗਲਤ ਲਿਖਦਾ ਤੇ ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਉਹਦੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਬੇਨਤੀ ਆ ਆਮ ਲੋਕਾਂ ਨੂੰ ਵੀ ਕਿ ਉਹ ਕਿਸੇ ਵੀ ਚੀਜ਼ ਨੂੰ ਜਿਹੜੀ ਤੁਹਾਡੇ ਕੋਲੇ ਪਹੁੰਚਦੀ ਹੈ, ਭਾਵੇਂ WhatsApp ਦੇ ਰਾਹੀਂ, ਭਾਵੇਂ Facebook ਦੇ ਰਾਹੀਂ, ਭਾਵੇਂ YouTube ਦੇ ਰਾਹੀਂ, ਭਾਵੇਂ Instagram ਦੇ ਰਾਹੀਂ, ਉਹਦੇ ਉੱਤੇ ਇੱਕਦਮ ਸੁਤੇ ਸਿੱਧ ਯਕੀਨ ਨਾ ਕਰਿਆ ਕਰਨ। ਹੋ ਸਕਦਾ ਕਿਸੇ ਦੇ ਵੱਲੋਂ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਕੀਤਾ ਗਿਆ ਹੋਵੇ, ਜਿਵੇਂ ਕਿ ਰਾਕੇਸ਼ ਟਕੈਤ ਹੋਰਾਂ ਦੇ ਮਾਮਲੇ ਦੇ ਵਿੱਚ ਹੁਣ ਹੋ ਚੁੱਕਿਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।